ਸਤਿ ਸ਼੍ਰੀ ਅਕਾਲ ਬੱਚਿਓ, 8ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਅਤੇ ਅੱਜ ਅਸੀਂ ਆਪਣਾ ਨੈਕਸਟ ਲੈਸਨ ਪੜ੍ਹਾਂਗੇ, ਜਿਸ ਦਾ ਨਾਮ ਹੈ ਐਲਫਰਡ ਨੋਬਲ। ਔਰ ਇਸ ਲੈਸਨ ਦੇ ਵਰਡ ਮੀਨਿੰਗ ਮੈਂ ਤੁਹਾਨੂੰ ਆਲਰੇਡੀ ਫਸਟ ਟਰਮ ਦੇ ਵਿੱਚ ਕਰਾਤੇ ਸੀ, ਕਿਉਂਕਿ ਉਹ ਪੇਪਰ ਵਿੱਚ ਆਉਣੇ ਸੀ, ਇਸ ਕਰਕੇ। ਅਤੇ ਇਸ ਲਈ ਤੁਸੀਂ ਜੋ ਵਰਡ ਮੀਨਿੰਗ ਨੇ ਉਹ ਤਾਂ ਤੁਸੀਂ ਕਰ ਹੀ ਚੁੱਕੇ ਹੋ। ਅਤੇ ਅੱਜ ਅਸੀਂ ਇਸ ਲੈਸਨ ਨੂੰ ਪੜ੍ਹਾਂਗੇ ਔਰ ਸਮਝਾਂਗੇ। ਐਲਫਰਡ ਨੋਬਲ ਜੋ ਲੈਸਨ ਹੈ, ਇਹ ਬੁੱਕ ਦੇ ਸੰਪਾਦਕ ਨੇ ਲਿਖਿਆ ਹੈ, ਜਿਨ੍ਹਾਂ ਦਾ ਨਾਮ ਹੈ ਜਸਵੀਰ ਕੌਰ ਅਤੇ ਨਰਿੰਦਰ ਸਿੰਘ ਦੁੱਗਲ। ਦੋਨਾਂ ਵਿੱਚੋਂ ਕੋਈ ਵੀ ਨਾਮ ਤੁਸੀਂ ਲਿਖ ਸਕਦੇ ਹੋ। ਅਗਰ ਇਸ ਲੈਸਨ ਵਿੱਚੋਂ ਕੋਈ ਅਜਿਹਾ ਕੁਐਸਚਨ ਆਉਂਦਾ ਹੈ ਕਿ ਇਸ ਪਾਠ ਦਾ ਜੋ ਹੈ ਲੇਖਕ ਕੌਣ ਹੈ, ਤਾਂ ਤੁਸੀਂ ਦੋਨਾਂ ਵਿੱਚੋਂ ਕੋਈ ਵੀ ਨਾਮ ਲਿਖ ਸਕਦੇ ਹੋ, ਜਸਵੀਰ ਕੌਰ ਜਾਂ ਨਰਿੰਦਰ ਸਿੰਘ ਦੁੱਗਲ, ਇੱਕ ਨਾਮ ਲਿਖ ਸਕਦੇ ਹੋ। ਤਾਂ ਪਹਿਲਾਂ ਮੈਂ ਤੁਹਾਨੂੰ ਇਸ ਲੈਸਨ ਦਾ ਨਾਮ ਕਲੀਅਰ ਕਰਦਾ। ਲੈਸਨ ਦਾ ਨਾਮ ਹੈ ਐਲਫਰਡ ਨੋਬਲ। ਜੋ ਐਲਫਰਡ ਨੋਬਲ ਹੈ, ਇਹਨਾਂ ਦੇ ਨਾਮ 'ਤੇ ਹੀ ਜੋ ਸਭ ਤੋਂ ਵੱਡਾ ਪ੍ਰਾਈਜ਼ ਹੈ ਉਹ ਦਿੱਤਾ ਜਾਂਦਾ ਹੈ। ਕਿਹਨਾਂ ਨੂੰ ਦਿੱਤਾ ਜਾਂਦਾ ਹੈ? ਮਹਾਨ ਲੇਖਕਾਂ ਨੂੰ, ਵਿਗਿਆਨਕਾਂ ਨੂੰ ਅਤੇ ਸਮਾਜ ਸੇਵੀਆਂ ਨੂੰ, ਜਿਸ ਦਾ ਨਾਮ ਹੈ ਨੋਬਲ ਪ੍ਰਾਈਜ਼। ਸੁਣਿਆ ਵੀ ਹੋਣਾ ਤੁਸੀਂ ਨੋਬਲ ਪ੍ਰਾਈਜ਼, ਤਾਂ ਉਹ ਇਹਨਾਂ ਦੇ ਨਾਮ 'ਤੇ ਹੀ ਦਿੱਤਾ ਜਾਂਦਾ ਹੈ, ਐਲਫਰਡ ਨੋਬਲ ਦੇ ਨਾਮ 'ਤੇ। ਅੱਜ ਅਸੀਂ ਉਹਨਾਂ ਦੇ ਜੀਵਨ ਬਾਰੇ ਪੜ੍ਹਾਂਗੇ ਕਿ ਉਹ ਕਿਵੇਂ ਮਹਾਨ ਵਿਗਿਆਨਿਕ ਸੀ ਅਤੇ ਉਹਨਾਂ ਨੇ ਕੀ ਕੀ ਅਵਿਸ਼ਕਾਰ ਜੋ ਉਹ ਕੀਤੇ ਸੀ, ਕੀ ਕਾਢ ਕੱਢੀ ਸੀ ਉਹਨਾਂ ਨੇ। ਤਾਂ ਇਸ ਪਾਠ ਦੇ ਵਿੱਚ ਨੋਬਲ ਪੁਰਸਕਾਰ ਦੇ ਨਾਮ ਤੋਂ ਜਾਣੇ ਜਾਂਦੇ ਮਹਾਨ ਵਿਗਿਆਨੀ ਐਲਫਰਡ ਨੋਬਲ ਬਾਰੇ ਦੱਸਿਆ ਗਿਆ ਹੈ। ਐਲਫਰਡ ਰਸਾਇਣ ਵਿਗਿਆਨ ਅਤੇ ਗਤੀ ਵਿਗਿਆਨ ਵਿੱਚ ਬੜਾ ਮਾਹਿਰ ਸੀ। ਉਹਨਾਂ ਦੀ ਸਭ ਤੋਂ ਵੱਡੀ ਕਾਢ ਸੀ ਡਾਇਨਾਮਾਈਟ, ਜਿਹਨੂੰ ਅਸੀਂ ਬਾਰੂਦ ਕਹਿੰਦੇ ਹਾਂ, ਜੋ ਵੱਡੀ ਵੱਡੀ ਸੁਰੰਗਾਂ ਅਤੇ ਪਹਾੜਾਂ ਨੂੰ ਕੱਟ ਕੇ ਸੜਕਾਂ ਬਣਾਉਣ ਲਈ ਵਰਦਾਨ ਸੀ। ਪਰ ਕੁਝ ਮੁਲਕਾਂ ਨੇ ਇਸ ਕਾਢ ਦੀ ਦੁਰਵਰਤੋਂ ਕੀਤੀ, ਜਿਸ ਤੋਂ ਉਹਨਾਂ ਨੂੰ ਕਾਫੀ ਸਦਮਾ ਪਹੁੰਚਿਆ। ਔਰ ਜੋ ਨੋਬਲ ਪ੍ਰਾਈਜ਼ ਹੈ, ਜੋ ਮਨੁੱਖਤਾ ਦੀ ਭਲਾਈ ਲਈ ਲੇਖਕਾਂ ਨੂੰ, ਵਿਗਿਆਨਿਕਾਂ ਨੂੰ ਦਿੱਤਾ ਜਾਂਦਾ ਹੈ, ਉਹ ਉਹਨਾਂ ਦੀ ਸਾਰੇ ਜੀਵਨ ਦੀ ਜਮ੍ਹਾਂ ਪੂੰਜੀ ਦੇ ਵਿਆਜ ਤੋਂ ਦਿੱਤਾ ਜਾਂਦਾ ਹੈ। ਜੋ ਉਸ ਤੋਂ ਇੰਟਰਸਟ ਮਿਲਦਾ ਹੈ, ਉਸ ਨਾਲ ਉਹ ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਹੈ। ਆਓ ਹੁਣ ਅਸੀਂ ਪਾਠ ਪੜ੍ਹਦੇ ਹਾਂ। ਇਸ ਲੈਸਨ ਦੇ ਵਿੱਚ ਇੱਕ ਮੈਡਮ ਹੈ ਜਸਵਿੰਦਰ ਕੌਰ, ਜੋ 7ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੁੱਛ ਰਹੀ ਹੈ ਕਿ ਪਿਆਰੇ ਬੱਚਿਓ, ਕੀ ਤੁਹਾਨੂੰ ਨੋਬਲ ਪੁਰਸਕਾਰ ਬਾਰੇ ਪਤਾ ਹੈ? ਤਾਂ ਬੱਚੇ ਕਹਿੰਦੇ ਹਨ, ਹਾਂਜੀ ਮੈਡਮ ਜੀ, ਨੋਬਲ ਪੁਰਸਕਾਰ ਸਭ ਤੋਂ ਵੱਡਾ ਦਿੱਤਾ ਜਾਣ ਵਾਲਾ ਇਨਾਮ ਹੈ। ਇਹ ਕਿਸੇ ਕਿਸੇ ਨੂੰ ਹੀ ਮਿਲਦਾ ਹੈ। ਜਮਾਤ ਦਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਰਾਹੁਲ ਬੋਲਿਆ। ਅੱਗੇ ਮੈਡਮ ਫਿਰ ਪੁੱਛਦੀ ਹੈ, ਰਾਹੁਲ ਤੁਸੀਂ ਬਿਲਕੁਲ ਠੀਕ ਆਖਿਆ ਹੈ, ਕੀ ਤੁਸੀਂ ਇਹ ਜਾਣਦੇ ਹੋ ਕਿ ਇਸ ਦਾ ਨਾਂ ਕਿਸ ਦੇ ਨਾਮ 'ਤੇ ਰੱਖਿਆ ਗਿਆ ਹੈ? ਤਾਂ ਮੈਡਮ ਰਾਹੁਲ ਦੀ ਆਮ ਜਾਣਕਾਰੀ ਵਾਲੇ ਜਾਣਨ ਲਈ ਬੋਲੇ। ਜਦੋਂ ਰਾਹੁਲ ਚੁੱਪ ਰਿਹਾ ਤਾਂ ਮੈਡਮ ਬੋਲੇ, ਬੱਚਿਓ, ਨੋਬਲ ਪੁਰਸਕਾਰ ਇਨਾਮ ਦਾ ਨਾਮ ਪ੍ਰਸਿੱਧ ਵਿਗਿਆਨੀ ਐਲਫਰਡ ਨੋਬਲ ਦੇ ਨਾਮ 'ਤੇ ਰੱਖਿਆ ਗਿਆ ਹੈ। ਅੱਜ ਆਪਾਂ ਉਸ ਪ੍ਰਸਿੱਧ ਵਿਗਿਆਨੀ ਬਾਰੇ ਜਾਣਕਾਰੀ ਹਾਸਲ ਕਰਾਂਗੇ। ਐਲਫਰਡ ਨੋਬਲ ਮਹਾਨ ਵਿਗਿਆਨੀ ਹੋਇਆ ਹੈ। ਇਸ ਦਾ ਜਨਮ 21 ਅਕਤੂਬਰ 1833 ਈਸਵੀ ਨੂੰ ਸਵੀਡਨ ਦੇ ਇੱਕ ਪਿੰਡ ਵਿੱਚ ਹੋਇਆ, ਜਿਸ ਦੇ ਪਿਤਾ ਇੱਕ ਮੰਨੇ ਹੋਏ ਇੰਜੀਨੀਅਰ ਸਨ ਅਤੇ ਉਹ ਬਾਰੂਦ ਅਤੇ ਵਿਸਫੋਟਾਂ ਦੇ ਰਸਾਇਣਿਕ ਪਦਾਰਥਾਂ 'ਤੇ ਕੰਮ ਕਰ ਰਹੇ ਸਨ। ਉਹਨਾਂ ਨੇ ਸਮੁੰਦਰ ਦੇ ਅੰਦਰ ਇੱਕ ਖਾਨ ਬਣਾ ਦਿੱਤੀ ਸੀ। ਇਸ ਕਾਢ ਨਾਲ ਉਹਨਾਂ ਨੂੰ ਬਹੁਤ ਪ੍ਰਸਿੱਧੀ ਮਿਲੀ। ਉਹਨਾਂ ਦੀ ਕਾਬਲੀਅਤ ਨੂੰ ਦੇਖ ਕੇ ਰੂਸ ਦੀ ਸਰਕਾਰ ਨੇ ਉਹਨਾਂ ਨੂੰ ਪਰਿਵਾਰ ਸਮੇਤ ਬੁਲਾ ਲਿਆ। ਉੱਥੇ ਉਹਨਾਂ ਨੂੰ ਇੱਕ ਅਸਲਾਖਾਨੇ ਵਿੱਚ ਇੰਜੀਨੀਅਰ ਦੀ ਨੌਕਰੀ 'ਤੇ ਨਿਯੁਕਤ ਕਰ ਦਿੱਤਾ। ਐਲਫਰਡ ਉੱਥੇ ਰਹਿ ਕੇ ਹੀ ਪੜ੍ਹਾਈ ਕਰਨ ਲੱਗਾ। ਐਲਫਰਡ ਆਪਣੇ ਪਿਤਾ ਨੂੰ ਜਦੋਂ ਅਸਲਾਖਾਨੇ ਵਿੱਚ ਕੰਮ ਕਰਦੇ ਵੇਖਦਾ ਤਾਂ ਉਸਦੀ ਰੁਚੀ ਵੀ ਬਾਰੂਦ ਅਤੇ ਵਿਸਫੋਟਾਂ ਦੇ ਅਧਿਐਨ ਵੱਲ ਹੋ ਗਈ। ਉਸਦੀ ਇਸ ਰੁਚੀ ਨੂੰ ਦੇਖ ਕੇ ਪਿਤਾ ਨੇ ਉਸਨੂੰ ਅਮਰੀਕਾ ਵਿਖੇ ਮਕੈਨੀਕਲ ਇੰਜੀਨੀਅਰਿੰਗ ਕਰਨ ਲਈ ਭੇਜ ਦਿੱਤਾ। ਐਲਫਰਡ ਰਸਾਇਣ ਵਿਗਿਆਨ ਅਤੇ ਗਤੀ ਵਿਗਿਆਨ ਵਿੱਚ ਬੜਾ ਲਾਇਕ ਸੀ। ਉਸਨੇ ਛੋਟੀ ਉਮਰ ਵਿੱਚ ਹੀ ਪਾਣੀ ਦਾ ਘਣਫਲ ਮਾਪਣ ਵਾਲਾ ਇੱਕ ਜੋ ਹੈ ਗੈਸੋਮੀਟਰ ਦੀ ਕਾਢ ਕੱਢ ਲਈ। ਇਸ ਕ੍ਰਿਸ਼ਮੇ ਤੋਂ ਲੋਕ ਉਸਨੂੰ ਬਾਲ ਵਿਗਿਆਨੀ ਆਖਣ ਲੱਗੇ। ਜਦੋਂ ਰੂਸ ਵਿੱਚ ਕ੍ਰਾਂਤੀ ਆਈ ਤਾਂ ਐਲਫਰਡ ਦੇ ਪਿਤਾ ਨੂੰ ਸਵੀਡਨ ਵਾਪਸ ਆਉਣਾ ਪਿਆ। ਉਸਦੇ ਪਿਤਾ ਨੇ ਸਵੀਡਨ ਵਿੱਚ ਆ ਕੇ ਵੀ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ। ਹੁਣ ਤੱਕ ਐਲਫਰਡ ਨੋਬਲ ਵੀ ਆਪਣੇ ਪਿਤਾ ਨਾਲ ਵਿਗਿਆਨ ਦੀਆਂ ਖੋਜਾਂ ਵਿੱਚ ਹੱਥ ਵਟਾਉਣ ਲੱਗਾ, ਯਾਨੀ ਕਿ ਉਹ ਵੱਡਾ ਹੋ ਚੁੱਕਾ ਸੀ ਇੰਨੇ ਨੂੰ। ਐਲਫਰਡ ਇੱਕ ਵਿਸਫੋਟਕ ਪਦਾਰਥ ਤੋਂ ਇੱਕ ਸੁਰੱਖਿਅਤ ਡਾਇਨਾਮਾਈਟ ਤਿਆਰ ਕਰਨਾ ਚਾਹੁੰਦਾ ਸੀ, ਜਿਸ ਨੂੰ ਖੇਤੀਬਾੜੀ ਅਤੇ ਸੁਰੰਗਾਂ ਬਣਾਉਣ ਲਈ ਵਰਤਿਆ ਜਾ ਸਕਦਾ ਸੀ। ਉਹ ਇਹ ਕਾਢ ਕੱਢ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੁੰਦਾ ਸੀ। ਇੱਕ ਦਿਨ ਉਹ ਆਪਣੀ ਪ੍ਰਯੋਗਸ਼ਾਲਾ ਵਿੱਚ ਕੰਮ ਕਰ ਰਿਹਾ ਸੀ ਕਿ ਵਿਸਫੋਟ ਹੋ ਗਿਆ। ਉਸ ਨਾਲ ਉਸਦਾ ਕਾਰਖਾਨਾ ਸੜ ਕੇ ਸੁਆਹ ਹੋ ਗਿਆ। ਇਸ ਵਿੱਚ ਉਸਦੇ ਭਰਾ ਦੀ ਮੌਤ ਹੋ ਗਈ। ਐਲਫਰਡ ਇਸ ਦੁਰਘਟਨਾ ਤੋਂ ਨਿਰਾਸ਼ ਹੋ ਗਿਆ, ਪਰ ਉਸਨੇ ਹੌਸਲਾ ਨਾ ਛੱਡਿਆ। ਉਸਨੇ ਹੁਣ ਇਸ ਕੰਮ ਨੂੰ ਨੇਪਰੇ ਚੜ੍ਹਨ ਲਈ, ਨੇਪਰੇ ਮਤਲਬ ਸਿਰੇ ਚੜ੍ਹਨ ਲਈ, ਪੂਰਾ ਕਰਨ ਲਈ ਇੱਕ ਕਿਸ਼ਤੀ ਕਿਰਾਏ 'ਤੇ ਲਈ ਅਤੇ ਉਸਨੇ ਸਮੁੰਦਰ ਵਿੱਚ ਆਪਣੀ ਪ੍ਰਯੋਗਸ਼ਾਲਾ ਸਥਾਪਿਤ ਕਰ ਲਈ। ਆਖਿਰ 18 ਸਤੰਬਰ 1867 ਦਾ ਉਹ ਭਾਗਾਂ ਵਾਲਾ ਦਿਨ ਆ ਗਿਆ, ਜਿਸ ਦਿਨ ਉਸਨੂੰ ਕਾਮਯਾਬੀ ਹਾਸਲ ਹੋ ਗਈ।
ਉਸਨੇ ਸ਼ਕਤੀਸ਼ਾਲੀ ਤੇ ਸੁਰੱਖਿਅਤ ਡਾਇਨਾਮਾਈਟ ਤਿਆਰ ਕਰ ਲਿਆ। ਉਸਦੀ ਇਸ ਕਾਢ ਨਾਲ ਸੜਕਾਂ ਤੇ ਰੇਲਾਂ ਲਈ ਸੁਰੰਗਾਂ ਕੱਢੀਆਂ ਜਾਣ ਲੱਗੀਆਂ। ਇਸ ਕਾਢ ਨਾਲ ਐਲਫਰਡ ਨੋਬਲ ਸੰਸਾਰ ਭਰ ਵਿੱਚ ਪ੍ਰਸਿੱਧ ਹੋ ਗਿਆ। ਉਸਨੇ ਯੂਰਪ ਦੇ ਦੇਸ਼ਾਂ ਵਿੱਚ ਕਈ ਕਾਰਖਾਨੇ ਲਗਾਏ, ਜਿਸ ਤੋਂ ਉਸਨੂੰ ਚੋਖੀ ਕਮਾਈ ਹੋਣ ਲੱਗੀ। ਚੋਖੀ ਕਮਾਈ ਮਤਲਬ ਬਹੁਤ ਜ਼ਿਆਦਾ ਕਮਾਈ। ਕੁਝ ਹੀ ਸਾਲਾਂ ਵਿੱਚ ਉਹ ਮਾਲਾ ਮਾਲ ਹੋ ਗਿਆ। ਭਾਵੇਂ ਉਸ ਕੋਲ ਬਹੁਤ ਜ਼ਿਆਦਾ ਧਨ ਆ ਗਿਆ, ਪਰ ਉਸਨੇ ਤਜਰਬੇ ਕਰਨੇ ਜਾਰੀ ਰੱਖੇ, ਆਪਣਾ ਜੋ ਹੈ ਐਕਸਪੈਰੀਮੈਂਟ ਜੋ ਹੈ ਉਹ ਜਾਰੀ ਰੱਖਿਆ। ਐਲਫਰਡ ਦੀ ਵੱਧਦੀ ਹੋਈ ਪ੍ਰਸਿੱਧੀ ਵੱਡੇ ਵੱਡੇ ਕਾਰਖਾਨੇਦਾਰਾਂ, ਸਿਆਸੀ ਆਗੂਆਂ ਨੂੰ ਰਾਸ ਨਾ ਆਈ। ਸਿਆਸੀ ਆਗੂ ਮਤਲਬ ਜੋ ਸਿਆਸਤ ਦੇ ਜ਼ਰੀਏ ਅੱਗੇ ਵਧਣਾ ਚਾਹੁੰਦੇ ਨੇ, ਉਹ ਉਸ ਨਾਲ ਈਰਖਾ ਕਰਨ ਲੱਗੇ। ਫਰਾਂਸ ਵਿੱਚ ਐਲਫਰਡ ਦੇ ਵਿਰੁੱਧ ਇੱਕ ਮੁਹਿੰਮ ਸ਼ੁਰੂ ਹੋਈ। ਮੁਹਿੰਮ ਮਤਲਬ ਅੰਦੋਲਨ। ਉਹਨਾਂ ਨੇ ਉਸ 'ਤੇ ਦੋਸ਼ ਲਾਇਆ ਕਿ ਇਸਨੇ ਡਾਇਨਾਮਾਈਟ ਜੰਗ ਵਿੱਚ ਵਰਤਣ ਲਈ ਤਿਆਰ ਕੀਤਾ ਹੈ, ਕਿਉਂਕਿ ਡਾਇਨਾਮਾਈਟ ਨਾਲ ਤੁਹਾਨੂੰ ਪਤਾ ਹੈ ਵੱਡੇ ਵੱਡੇ ਬੰਬ ਵਗੈਰਾ, ਕਿਉਂਕਿ ਬਾਰੂਦ ਹੁੰਦਾ ਹੈ ਉਹ ਇਸ ਨਾਲ ਜੰਗੀ ਹਥਿਆਰ ਤਿਆਰ ਕਰ ਰਿਹਾ ਹੈ। ਇਸ ਨਾਲ ਜੰਗ ਦਾ ਖਤਰਾ ਵਧੇਗਾ, ਸੰਸਾਰ ਅਮਨ ਨੂੰ ਖਤਰਾ ਪੈਦਾ ਹੋ ਜਾਵੇਗਾ। ਅਮਨ ਹੁੰਦਾ ਹੈ ਸ਼ਾਂਤੀ। ਉਹ ਇਸ ਨੂੰ ਭੁੱਲ ਗਏ ਕਿ ਇਸ ਨੂੰ ਅਮਨ ਦੇ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈ। ਇਹਨਾਂ ਨਾਲ ਵੱਡੀਆਂ ਵੱਡੀਆਂ ਸੁਰੰਗਾਂ ਬਣ ਸਕਦੀਆਂ ਹਨ, ਪਹਾੜਾਂ ਨੂੰ ਕੱਟ ਕੇ ਸੜਕਾਂ ਬਣਾਈਆਂ ਜਾ ਸਕਦੀਆਂ ਹਨ। ਐਲਫਰਡ ਨੂੰ ਜਦੋਂ ਉਹਨਾਂ ਲੋਕਾਂ ਦੀ ਸੋਚ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ। ਉਸ ਨੂੰ ਇਸ ਗੱਲ ਦਾ ਬਹੁਤ ਵੱਡਾ ਸਦਮਾ ਲੱਗਾ। ਇਸੇ ਦੁੱਖ ਵਜੋਂ ਫਰਾਂਸ ਛੱਡ ਕੇ ਇਟਲੀ ਆ ਗਿਆ। ਇੱਥੇ ਵੀ ਨਫ਼ਰਤ ਨੇ ਉਸਦਾ ਪਿੱਛਾ ਨਾ ਛੱਡਿਆ। ਉਸਨੂੰ ਮਹਿਸੂਸ ਹੋਇਆ ਕਿ ਉਹ ਹੁਣ ਬਹੁਤੀ ਦੇਰ ਜੀ ਨਹੀਂ ਸਕੇਗਾ। ਉਸਨੇ ਆਪਣੀ ਸਾਰੀ ਪੂੰਜੀ ਇੱਕ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੀ ਤੇ ਇੱਕ ਵਸੀਅਤ ਤਿਆਰ ਕੀਤੀ। ਉਸਨੇ ਆਪਣੀ ਵਸੀਅਤ ਵਿੱਚ ਲਿਖ ਦਿੱਤਾ ਕਿ ਇਸ ਰਕਮ ਤੋਂ ਜੋ ਵੀ ਸਾਲਾਨਾ ਵਿਆਜ ਆਵੇ, ਸਾਲਾਨਾ ਮਤਲਬ ਸਾਲ ਦਾ, ਉਸ ਵਿੱਚੋਂ ਹਰ ਸਾਲ 5 ਇਨਾਮ ਦਿੱਤੇ ਜਾਣ। ਉਸ ਇਨਾਮ ਦਾ ਨਾਂ ਨੋਬਲ ਪੁਰਸਕਾਰ ਰੱਖਿਆ ਜਾਵੇ। ਇੱਕ ਨੋਬਲ ਟਰਸਟ ਬਣਾਇਆ ਜਾਵੇ ਜੋ ਇਸ ਇਨਾਮ ਵਾਸਤੇ ਯੋਗ ਬੰਦੇ ਦੀ ਖੋਜ ਕਰੇ। ਯੋਗ ਮਤਲਬ ਲਾਇਕ ਬੰਦੇ ਦੀ। ਇਹ ਮਹਾਨ ਵਿਗਿਆਨੀ 1896 ਈਸਵੀ ਵਿੱਚ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਸਦਾ ਲਈ ਅਲਵਿਦਾ ਕਹਿ ਗਿਆ ਮਤਲਬ ਚਲਾ ਗਿਆ ਸੰਸਾਰ ਨੂੰ ਛੱਡ ਕੇ। ਉਸਦੇ ਮਰਨ ਉਪਰੰਤ ਡਾਕਟਰ ਰਵਿੰਦਰਨਾਥ ਟੈਗੋਰ, ਡਾਕਟਰ CV ਰਮਨ, ਡਾਕਟਰ ਹਰਗੋਬਿੰਦ ਖੁਰਾਨਾ, ਮਦਰ ਟਰੇਸਾ ਨੂੰ ਨੋਬਲ ਪੁਰਸਕਾਰ ਦੇ ਕੇ ਸਨਮਾਨਿਆ ਗਿਆ। ਐਲਫਰਡ ਨੋਬਲ ਦੀ ਇਸ ਮਹਾਨ ਖੋਜ ਸਦਕਾ ਅੱਜ ਪਹਾੜਾਂ ਨੂੰ ਕੱਟ ਕੱਟ ਕੇ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ। ਭਾਵੇਂ ਸਵਾਰਥੀ ਦੇਸ਼ ਇਸ ਨੂੰ ਜੰਗਾਂ ਯੁੱਧਾਂ ਲਈ ਹਥਿਆਰ ਵਜੋਂ ਵਰਤਣ ਲੱਗ ਪਏ ਹਨ, ਪਰੰਤੂ ਐਲਫਰਡ ਦਾ ਇਹ ਉਦੇਸ਼ ਨਹੀਂ ਸੀ। ਤਾਂ ਇਹ ਦੇਖੋ ਤੁਸੀਂ ਲੈਸਨ ਦੇ ਨੀਚੇ ਲਿਖਿਆ ਹੀ ਹੋਇਆ ਕਿ ਇਹ ਲੈਸਨ ਜੋ ਹੈ ਸੰਪਾਦਕ ਨੇ ਲਿਖਿਆ ਹੈ। ਅਤੇ ਆਈ ਹੋਪ ਤੁਹਾਨੂੰ ਜੋ ਹੈ ਇਹ ਲੈਸਨ ਸਮਝ ਆ ਗਿਆ ਹੋਵੇਗਾ ਕਿ ਐਲਫਰਡ ਨੋਬਲ ਕੌਣ ਸਨ ਔਰ ਜੋ ਨੋਬਲ ਪ੍ਰਾਈਜ਼ ਹੈ ਉਹ ਕਿਸ ਲਈ ਦਿੱਤਾ ਜਾਂਦਾ ਹੈ। ਔਖੇ ਸ਼ਬਦਾਂ ਦੇ ਅਰਥ ਤੁਸੀਂ ਆਲਰੇਡੀ ਕਰ ਚੁੱਕੇ ਹੋ ਔਰ ਨਹੀਂ ਕੀਤੇ ਹਨ ਤਾਂ ਇਹਨਾਂ ਨੂੰ ਦੁਬਾਰਾ ਕਰ ਲੈਣਾ, ਕਿਉਂਕਿ ਇਹ ਪੇਪਰ ਵਿੱਚ ਆਉਣੇ ਹਨ। ਹੁਣ ਅਸੀਂ ਕਰਦੇ ਹਾਂ ਇਸ ਲੈਸਨ ਦਾ ਬੁੱਕ ਪਾਰਟ। ਕੁਐਸਚਨ ਆਨਸਰ ਮੈਂ ਤੁਹਾਨੂੰ ਕੱਲ੍ਹ ਕਰਾਵਾਂਗੀ, ਇਹਨਾਂ ਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ ਹਜੇ। ਅੱਜ ਤੁਸੀਂ ਹਜੇ ਬੁੱਕ ਪਾਰਟ ਹੀ ਕਰੋਗੇ। ਤਾਂ ਬੁੱਕ ਪਾਰਟ ਅਸੀਂ ਕਰਾਂਗੇ ਆਪਣੇ ਕੁਐਸਚਨ ਨੰਬਰ 4 ਤੋਂ। ਖਾਲੀ ਥਾਵਾਂ ਭਰੋ। ਫਸਟ ਹੈ ਐਲਫਰਡ ਨੋਬਲ ਦਾ ਜਨਮ 21 ਅਕਤੂਬਰ ਡੈਸ਼ ਨੂੰ ਹੋਇਆ ਤਾਂ 1833 ਨੂੰ। ਐਲਫਰਡ ਦੇ ਪਿਤਾ ਡੈਸ਼ ਅਤੇ ਵਿਸਫੋਟਾਂ ਦੇ ਰਸਾਇਣ ਪਦਾਰਥਾਂ 'ਤੇ ਕੰਮ ਕਰਦੇ ਸਨ। ਬਾਰੂਦ। ਐਲਫਰਡ ਰਸਾਇਣ ਵਿਗਿਆਨ ਅਤੇ ਡੈਸ਼ ਵਿੱਚ ਬੜਾ ਲਾਇਕ ਸੀ। ਗਤੀ। ਐਲਫਰਡ ਨੇ 1867 ਵਿੱਚ ਇੱਕ ਸ਼ਕਤੀਸ਼ਾਲੀ ਤੇ ਡੈਸ਼ ਡਾਇਨਾਮਾਈਟ ਤਿਆਰ ਕਰ ਲਿਆ। ਸੁਰੱਖਿਅਤ। ਸੁਰੱਖਿਅਤ ਮਤਲਬ ਸੁਰੱਖਿਤ। ਤਾਂ ਪੰਜਾਬੀ ਵਿੱਚ ਅਸੀਂ ਸ਼ੈ ਦੀ ਜਗ੍ਹਾ 'ਤੇ ਖੈ ਯੂਜ਼ ਕਰਦੇ ਹਾਂ। ਉਹ ਇਸ ਡਾਇਨਾਮਾਈਟ ਨੂੰ ਸੜਕਾਂ ਰੇਲਾਂ ਲਈ ਡੈਸ਼ ਬਣਾਉਣ ਲਈ ਵਰਤਣਾ ਚਾਹੁੰਦਾ ਸੀ। ਸੁਰੰਗਾਂ। ਅੱਗੇ ਹਨ ਬਹੁ ਵਿਕਲਪੀ ਪ੍ਰਸ਼ਨ। ਐਲਫਰਡ ਨੋਬਲ ਕੌਣ ਸੀ? ਐਲਫਰਡ ਨੋਬਲ ਇੱਕ ਵਿਗਿਆਨੀ ਸੀ। ਐਲਫਰਡ ਦਾ ਜਨਮ ਕਿਹੜੇ ਦੇਸ਼ ਵਿੱਚ ਹੋਇਆ? ਸਵੀਡਨ ਵਿੱਚ। ਐਲਫਰਡ ਆਪਣੇ ਪਿਤਾ ਨੂੰ ਕਿੱਥੇ ਕੰਮ ਕਰਦੇ ਵੇਖਦਾ ਸੀ? ਅਸਲਾਖਾਨੇ ਵਿੱਚ। ਐਲਫਰਡ ਨੇ ਆਪਣੀ ਪ੍ਰਯੋਗਸ਼ਾਲਾ ਨੂੰ ਸੁਰੱਖਿਅਤ ਰੱਖਣ ਲਈ ਕਿੱਥੇ ਸਥਾਪਨਾ ਕੀਤੀ? ਸਮੁੰਦਰ ਵਿੱਚ। ਐਲਫਰਡ ਨਾਲ ਕੌਣ ਈਰਖਾ ਕਰਨ ਲੱਗੇ? ਸਿਆਸੀ ਆਗੂ। ਅੱਗੇ ਸਾਡਾ ਵਿਆਕਰਨ ਨਾਲ ਸੰਬੰਧਿਤ ਕੰਮ ਹੈ। ਹੇਠ ਲਿਖੇ ਵਾਕਾਂ ਨੂੰ ਪ੍ਰਸ਼ਨਵਾਚਕ ਵਿੱਚ ਬਦਲੋ, ਯਾਨੀ ਬਿਨਾਂ ਸੈਂਟੈਂਸ ਦਾ ਮਤਲਬ ਬਦਲੇ ਉਸ ਨੂੰ ਅਸੀਂ ਕੁਐਸਚਨ ਦੀ ਫੋਰਮ ਵਿੱਚ ਬਣਾਉਣਾ ਹੈ, ਪ੍ਰਸ਼ਨਵਾਚਕ ਬਣਾਉਣਾ ਹੈ। ਠੀਕ ਹੈ। ਨਵਾਬ ਗੋਲਿਆਂ ਨਾਲ ਆਇਆ। ਕੀ ਨਵਾਬ ਗੋਲਿਆਂ ਨਾਲ ਆਇਆ? ਪਿੱਛੇ ਕੁਐਸਚਨ ਮਾਰਕ ਜ਼ਰੂਰ ਲਗਾਉਣਾ ਹੈ। ਬਾਦਸ਼ਾਹ ਨੇ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ। ਕੀ ਬਾਦਸ਼ਾਹ ਨੇ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ? ਸਭ ਦੇ ਪਿੱਛੇ ਬਸ ਅੱਗੇ ਕੀ ਲਗਾਉਣਾ ਹੈ। ਅਤੇ ਜਦੋਂ ਅਸੀਂ ਪੰਜਾਬੀ ਦੇ ਵਿੱਚ ਪ੍ਰਸ਼ਨ ਪੁੱਛਦੇ ਹਾਂ ਤਾਂ ਕੱਕੇ ਨੂੰ ਬਿਹਾਰੀ ਲਗਾਉਂਦੇ ਹਾਂ, ਅਤੇ ਜਦੋਂ ਅਸੀਂ ਆਨਸਰ ਵਿੱਚ ਕੀ ਲਿਖਦੇ ਹਾਂ ਤਾਂ ਉੱਥੇ ਅਸੀਂ ਸਿਹਾਰੀ ਲਗਾਉਂਦੇ ਹਾਂ। ਤਾਂ ਇਸ ਲਈ ਅਸੀਂ ਇਹਨਾਂ ਸਭ ਦਾ ਜੋ ਹੈ ਕੁਐਸਚਨ ਬਣਾਉਣਾ ਹੈ, ਇਸ ਲਈ ਅਸੀਂ ਕੀ ਲਗਾਵਾਂਗੇ ਅੱਗੇ ਔਰ ਪਿੱਛੇ ਕੁਐਸਚਨ ਮਾਰਕ ਲਗਾਵਾਂਗੇ।
ਸਾਰੇ ਸੈਂਟੈਂਸ ਬਾਕੀ ਸੇਮ ਲਿਖਣੇ ਹਨ। ਨੈਕਸਟ ਕੰਮ ਹੈ ਹੇਠ ਲਿਖੇ ਸ਼ਬਦਾਂ ਵਿੱਚ ਸਹੀ ਵਿਰੋਧੀ ਸ਼ਬਦ ਚੁਣੋ। ਬੱਚਾ ਦਾ ਵਿਰੋਧੀ ਸ਼ਬਦ ਆਏਗਾ ਇਹਨਾਂ ਤਿੰਨਾਂ ਵਿੱਚੋਂ ਬਜ਼ੁਰਗ। ਅਮੀਰ ਦਾ ਆਏਗਾ ਨਿਰਧਨ। ਮੀਂਹ ਦਾ ਸੋਕਾ, ਸੋਕਾ ਜਦੋਂ ਸੁੱਕਾ ਪੈ ਜਾਂਦਾ, ਮੀਂਹ ਨਹੀਂ ਆਉਂਦਾ ਕਾਫੀ ਚਿਰ। ਹੁਸ਼ਿਆਰ ਦਾ ਨਲਾਇਕ ਔਰ ਪ੍ਰਗਟ ਦਾ ਅਲੋਪ। ਬਹੁ ਵਿਕਲਪੀ ਪ੍ਰਸ਼ਨ ਹਨ ਗ੍ਰਾਮਰ ਨਾਲ ਰਿਲੇਟਿਡ। ਐਲਫਰਡ ਨੋਬਲ ਕਿਹੜਾ ਨਾਮ ਹੈ? ਤਾਂ ਉਹ ਖਾਸ ਨਾਮ ਹੈ ਕਿਉਂਕਿ ਇਹ ਕਿਸੇ ਦਾ ਨਾਮ ਹੈ। ਨੈਕਸਟ ਹੈ ਜੋ ਸੋ ਜਿਹੜਾ, ਕਿਹੜੇ ਪੜਨਾਮ ਹਨ? ਤਾਂ ਇਹ ਹਨ ਸੰਬੰਧਵਾਚਕ ਪੜਨਾਮ। ਨੈਕਸਟ ਹੈ ਕਿਲੋ ਕੁ, ਲੀਟਰ ਕੁ, ਥੋੜਾ ਬਹੁਤ, ਕਿਹੜੇ ਵਿਸ਼ੇਸ਼ਣ ਹਨ? ਤਾਂ ਇਹ ਪਰਿਮਾਣਵਾਚਕ ਵਿਸ਼ੇਸ਼ਣ ਹਨ ਕਿਉਂਕਿ ਇਹ ਕਾਊਂਟੇਬਲ ਨਹੀਂ ਹਨ। ਲਾਇਕ ਦਾ ਸਮਾਨਾਰਥਕ ਸ਼ਬਦ ਚੁਣੋ। ਲਾਇਕ ਦਾ ਸਮਾਨਾਰਥਕ ਇਹਨਾਂ ਵਿੱਚੋਂ ਹੈ ਹੁਸ਼ਿਆਰ। ਨੈਕਸਟ ਹੈ ਪਿਤਾ ਦਾ ਇਸਤਰੀ ਲਿੰਗ ਚੁਣੋ। ਤਾਂ ਉਹ ਹੈ ਮਾਤਾ। ਬਸ ਨੈਕਸਟ ਕੰਮ ਬਾਕੀ ਕੁਐਸਚਨ ਆਨਸਰ ਤੁਹਾਨੂੰ ਮੈਂ ਕੱਲ੍ਹ ਕਰਾਵਾਂਗੀ। ਬੁੱਕ ਪਾਰਟ ਸਾਡਾ ਕੰਪਲੀਟ ਹੋ ਗਿਆ ਹੈ। ਇਸ ਨੂੰ ਤੁਸੀਂ ਇਸ ਵੀਡੀਓ ਨੂੰ ਪੌਜ਼ ਕਰਕੇ ਆਰਾਮ ਨਾਲ ਕੰਮ ਕਰ ਸਕਦੇ ਹੋ ਅਤੇ ਆਈ ਹੋਪ ਤੁਹਾਨੂੰ ਸਮਝ ਵੀ ਆ ਗਿਆ ਹੋਵੇਗਾ। ਅਤੇ ਅੱਜ ਦਾ ਤੁਹਾਡਾ ਇਹ ਹੋਮਵਰਕ ਹੈ ਕਿ ਤੁਸੀਂ ਲੈਸਨ ਨੂੰ ਆਪਣੇ ਆਪ ਇੱਕ ਵਾਰੀ ਰੀਡ ਕਰੋਗੇ ਅਤੇ ਬੁੱਕ ਪਾਰਟ ਨੂੰ ਕੰਪਲੀਟ ਕਰੋਗੇ। ਧੰਨਵਾਦ।